ਜਿਹੜਾ ਵਕਤ ਇਹਦਾ ਆ ਗਿਆ ਹੈ, ਹਰ ਫਾਰਮਰ ਨੂੰ ਜਿਹੜੀ 10-12 ਸੇਰੀ ਮੱਝ ਹੈ ਜਾਂ ਗਾਂ ਹੈ, ਹੁਣ ਮਹਿੰਗਾਈ ਇੰਨੀ ਕਿ ਹੁਣ ਵਾਰਾ ਨਹੀਂ ਖਾਂਦੀ। ਹੁਣ ਉਹ ਡੰਗਰ ਖਰਚਾ ਪੂਰਾ ਕਰਦਾ ਜਾਂ ਮਾਲਕ ਨੂੰ ਬਚਾਉਂਦਾ ਜਿਹੜਾ ਡੰਗਰ 16 ਤੋਂ 20 ਕਿਲੋ ਤੱਕ ਨੇ। ਉਹ ਬੜਾ ਮੁਸ਼ਕਲ, ਉਹ 20 ਕਿਲੋ ਆਮ ਬੰਦੇ ਆਖ ਛੱਡਦੇ ਨੇ ਜ਼ਬਾਨ ਨਾਲ ਜੀ 20 ਕਿਲੋ ਮੇਰੀ 20 ਕਿਲੋ ਦੇ ਛੱਡਦੀ। ਉਹ ਝਾਗਣਾ ਭਾਂਡੇ ਵਹਿੰਦੇ ਨਾ, ਤੁਸੀਂ ਵੇਖਿਆ ਹੋਣਾ ਕਈ ਵਾਰੀ ਮੱਝੀ ਉਹਨਾਂ ਗਰਮ ਕੀਤੀ ਹੁੰਦੀਆਂ ਨੇ, ਉਹ ਬੈਠੇ ਹੁੰਦੇ ਨੇ ਬਾਲਟੀਆਂ ਲੈ ਕੇ, ਲਓ ਜੀ ਆ ਬਾਲਟੀ ਵੀ ਸਿਰ ਦੀ ਮੱਝ ਭਰ ਚੜੀ ਹੈ। ਉਹ ਮੱਝ ਦੀ ਝੱਗ ਗਰਮ ਹੁੰਦੀ, ਕਮ ਸੇ 1000 ਮੱਝ ਇਕੱਠੀ ਕਰੀਏ ਤੇ ਇੱਕ ਦੋ ਵਿੱਚੋਂ ਨਿਕਲਦੀਆਂ ਨੇ ਜਿਹੜੀਆਂ 20 ਸੇਰੀਆਂ ਹੋਣ। ਤੁਹਾਡੇ ਕੋਲ ਮੱਝ ਵੱਧ ਤੋਂ ਵੱਧ ਕਿੰਨਾ ਦੁੱਧ ਦਿੰਦੀ? ਸਾਡੇ ਕੋਲ ਜੀ ਮੱਝੀ 18-19-20 ਸੇਰੀਆਂ ਹੈ ਨੇ। ਅੱਛਾ। ਸਾਡੇ ਕੋਲ ਇੱਕ ਮੱਝ ਪਿਛਲੇ ਸਾਲ ਮਰ ਗਈ। ਅੱਛਾ। ਉਹ ਸਾਡੇ ਕੋਲ ਜੋੜੀ ਮੱਝੀ ਦੀ 16 ਸੂਏ ਸੂਈ ਹੈ। ਵਾਹ। 16 ਸੂਇਆਂ ਚ ਜੀ ਉਹਨਾਂ 20 ਤੋਂ ਉੱਤੇ ਰਹੀਆਂ ਨੇ। ਅੱਛਾ। ਉਹਦੇ ਨਸਲ ਦੀਆਂ ਨੇ ਤੁਹਾਡੇ ਕੋਲ ਮੱਝਾਂ? ਉਹਦੇ ਨਸਲ ਦੀਆਂ ਸਾਡੇ ਘਰ ਇੱਥੇ ਬਥੇਰੀ ਨਸਲ ਹੈ। ਸਾਡਾ ਵੀ ਸਾਡਾ ਉਸੇ ਨਸਲ ਵਿੱਚੋਂ ਪਿਆ ਹੁੰਦਾ। ਕਿਹੜੀ ਨਸਲ ਸੀ ਉਹ? ਉਹ ਨੀਲੀ ਦੀ ਮੱਝ ਸੀ। ਅੱਛਾ। ਤੇ ਨੀਲੀ ਉੱਤੇ ਸਹੀ ਉਤਾ ਪਿੰਡ ਇੱਕ। ਅੱਛਾ। ਸਹੀ ਉਤਾਣੇ ਦੇ ਘਰ ਦੀ ਸੀ ਉਹ ਮੱਝ, ਸੱਡਾ ਵੀ ਉਹਦੇ ਘਰ ਦਾ ਸੀ। ਸਹੀ ਉਤਾਣੇ ਦੀ? ਜਾ ਕਿਆ ਬਾਤ, ਕਿਆ ਬਾਤ। ਹੁਣ ਤੇ ਉਹ ਵੀ ਮੇਰੇ ਹਰ ਡੇਰਾ ਹੋ ਗਿਆ ਚੋਖਾ। ਅੱਛਾ। ਮੱਝੀ ਦਾ ਅਸਲ ਸ਼ੌਕ ਉਸ ਬੰਦੇ ਕੀਤਾ, ਨੀਲੀ ਬਾਰ ਚ। ਨੀਲੀ ਬਾਰ ਵਿੱਚ ਉਹੀ ਤੇ ਰੱਥਾ ਕੋਲ ਵੀ ਚੰਗੀਆਂ ਨੇ। ਤੇ ਜਿਹੜੀ ਉਸ ਮੱਝ ਦੀਆਂ ਅੱਗੋਂ ਧੀਆਂ ਨੇ ਜਾ ਕਟੀਆਂ ਨੇ, ਉਹ ਵੀ ਓਨਾ ਹੀ ਦੁੱਧ ਦਿੰਦੀਆਂ? ਜਾ ਉਹ ਇੱਕ ਜਿਹੜੀ ਉਹ ਤੋਂ ਵੀ ਵਧੀ ਹੈ। ਅੱਛਾ। ਉਹ ਆ ਜਿਹੜੀਆਂ ਮੱਝੀ ਨੇ ਆ ਨਸਲ ਟੁਰਦੀ ਏ ਨਰ ਤੋਂ। ਹਾਂ, ਨਰ ਤੋਂ ਟੁਰਦੀ ਹੈ। ਨਰ ਤੋਂ ਟੁਰਦੀ ਏ। ਗਾਂ ਹੋਵੇ ਮੱਝ ਸੱਡਾ ਹੋਵੇ। ਅੱਛਾ। ਮੱਝ ਸੱਡਾ ਚੰਗਾ ਹੋਵੇ, ਆਮਾ ਮੱਝੀ ਤੇ ਵੀ ਹੋਵੇ ਤੇ ਤਦ ਉਹਨਾਂ ਦੀਆਂ ਧੀਆਂ ਜਿਹੜੀਆਂ ਨੇ ਬਹੁਤ ਚੰਗੀਆਂ ਨਿਕਲਦੀਆਂ। ਅੱਛਾ। ਆ ਨਰ ਤੇ ਗਾਂ ਮੱਝ ਆ ਨਰ ਚੰਗਾ ਹੋਵੇ ਤੇ ਆ ਉਹ ਤੋਂ ਸੱਡਾ ਚੰਗਾ ਹੋਵੇ, ਵਹਿੜਾ ਚੰਗਾ ਹੋਵੇ ਤੇ ਉਸ ਤੋਂ ਉੱਤੇ ਟੁਰਦੀ ਹੈ। ਤੇ ਜਿਹੜੇ ਲੋਕ ਕਹਿੰਦੇ ਨੇ ਜੀ ਮੱਝ ਬੜੀ ਚੰਗੀ ਹੈ ਤੇ ਇਹਦੀ ਨਸਲ ਲੈ ਲੈਣੇ, ਉਹ ਮਾਮਲਾ ਨਹੀਂ? ਨਹੀਂ ਜੀ, ਨਸਲ ਮਾਂ ਦਾ ਅਸਰ ਤੇ ਹੁੰਦਾ ਹੀ ਹੈ ਨਾ। ਅੱਛਾ, ਯਾਨੀ ਮਾਂ ਦਾ ਵੀ ਅਸਰ ਹੁੰਦਾ ਹੈ, ਲੇਕਿਨ ਬਹੁਤਾ ਜ਼ਿਆਦਾ ਪਿਓ ਦਾ ਹੁੰਦਾ। ਜ਼ਬਰਦਸਤ ਕਲੀਅਰ ਕਰ ਛੱਡਿਆ ਤੁਸੀਂ ਇੱਕ ਗੱਲ ਸੁਣਾਈਏ ਸਾਨੂੰ ਕਿ ਅਗਰ ਇੱਕ ਮੱਝ 10 ਕਿਲੋ ਦੁੱਧ ਦਿੰਦੀ ਹੈ ਤੇ ਉਹ ਨੁਕਸਾਨ 'ਚ ਜਾਂਦੀ ਹੈ, ਕਿਸ ਤਰ੍ਹਾਂ? ਉਹ ਨੁਕਸਾਨ ਹੈ ਮੇਰਾ ਪੁੱਤਰ, ਅੱਜ ਖਰਚੇ ਹੀ ਇੰਨੇ ਕਿ ਨੇ ਉਹ ਪੂਰੇ ਨਹੀਂ ਕਰਦੇ। ਉਹ ਜ਼ਰਾ ਕਲੀਅਰ ਕਰਿਓ ਹਾਂ ਕਿਸ ਤਰ੍ਹਾਂ? ਉਹ ਵੰਡਾ ਤੁਸੀਂ ਇਹ ਨੌਕਰ ਵੀ ਰੱਖਣੇ ਨੇ ਔਰ ਉਹਨੂੰ ਪੱਠੇ ਵੀ ਤੁਸੀਂ ਲੈ ਕੇ ਪਾਣੇ ਨੇ। ਅੱਛਾ। ਉਹਨੂੰ ਵੰਡਾ ਵੀ ਪਾਣਾ ਜੀ। ਉਹ ਆਪਣੇ ਜਿਹੜੇ ਖਰਚੇ ਮੰਗਾਈ ਇੰਨੇ ਕਿ ਉਹਦੇ ਖਰਚੇ ਪੂਰੇ ਕਰਕੇ ਲਿਆਈਏ ਤੇ ਉਹ ਵਾਰਾ ਨਹੀਂ ਖਾਂਦੀ, ਉਹ ਆਪਣਾ ਆਪ ਹੀ ਟੋਰਦੀ। ਅੱਛਾ, ਯਾਨੀ ਆਪਣਾ ਪੂਰਾ ਕਰਦੀ ਹੈ। ਉਹ ਰੱਖਣ ਦਾ ਕੋਈ ਫਾਇਦਾ ਤੇ ਅਗਰ ਸਾਈਲੇਜ ਤੇ ਚਲਾਈਏ ਫਿਰ ਵੀ ਨਹੀਂ ਪੂਰਾ ਕਰਦੀ? ਨਹੀਂ ਕਰਦੀ। ਯਾਨੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਹੁਣ ਜਿਹੜੇ ਸਾਡੇ ਫਾਰਮਰ ਭਰਾ ਸਾਡੀ ਵੀਡੀਓ ਸੁਣਦੇ ਨੇ ਪਏ, ਉਹ ਵਾਲੀਆਂ ਮੱਝਾਂ, ਉਹ ਵਾਲੀ ਨਸਲਾਂ ਲੈਣ ਜਿਹੜੀਆਂ ਘੱਟ ਤੋਂ ਘੱਟ 15 ਤੋਂ 20 ਕਿਲੋ ਦੁੱਧ ਕਰਨ ਤੇ ਫਿਰ ਬੱਚਤ ਹੈ। ਜਿਹੜੀ ਮੱਝ 15 ਕਿਲੋ ਦੁੱਧ ਕਰਦੀ ਹੈ ਜਾਂ ਵੱਧ ਤੋਂ ਵੱਧ 20 ਕਿਲੋ ਦੁੱਧ ਕਰਦੀ ਹੈ, ਉਹ ਫਿਰ ਕਿੰਨੀ ਕੁ ਬੱਚਤ ਦੇਈ ਜਾਂਦੀ ਹੈ ਦਿਹਾੜੀ ਦੀ? ਉਸ ਦੀ ਇਹ ਜਿਹੜੀ ਇੱਕ ਖੁਰਲੀ ਉੱਤੇ ਇੱਕ ਡੰਗਰ ਬੰਦੇ ਹੁੰਦੇ ਨੇ 4 ਜੀ, ਚੌਵਾਂ ਵਿੱਚੋਂ ਖੁਰਾਕ ਪੈਂਦੀ ਚੌਵਾਂ ਨੇ ਇਕੱਠੀ। ਜੀ। ਜਿਹੜੀਆਂ ਨਸਲੀ ਹੁੰਦੀਆਂ ਉਹ ਇਕੱਠੀ ਖੁਰਾਕ ਖਾ ਕੇ ਵਧਣਦੀਆਂ। ਇਸ ਵਾਸਤੇ ਜਿਹੜੀ 10 ਸਿਰ ਤੋਂ ਉੱਤੇ ਦਿੰਦੀ ਉਹ ਮਾਲਕ ਨੂੰ ਬਚਤ ਦਿੰਦੀ ਹੈ। ਜਿਹੜੀ 10 ਸਿਰ ਤੋਂ ਥੱਲੇ ਵੇ 10 ਸੇਰੀ ਉਹ ਮਾਲਕ ਨੂੰ ਬਚਤ ਨਹੀਂ ਦਿੰਦੀ। ਯਾਨੀ ਜਿਹੜੀ 10 ਸਿਰ ਤੋਂ ਥੱਲੇ ਵੇ ਉਹ ਮਾਲਕ ਨੂੰ ਖਾਂਦੀ ਹੈ ਤੇ ਜਿਹੜੀ 10 ਸਿਰ ਤੋਂ ਉੱਤੇ ਵੇ ਮਾਲਕ ਉਹਨੂੰ ਖਾਂਦਾ। ਜਾ ਠੀਕ ਹੋ ਗਿਆ। ਮਾਲਕ ਨੂੰ ਬਚਤ ਉਹਦੇ ਵਿੱਚ ਹੀ ਜਿਹੜੀ ਮੱਝ 16-17 ਕਿਲੋ ਤੋਂ ਤੇ ਜਾਂਦੀ ਹੈ ਜਾਂ 20-22 ਕਿਲੋ, ਉਹਦੇ ਮਨ ਫਰਕ ਹੀ ਹੁੰਦਾ। ਹੁਣ ਇੱਕ ਤਾਂ ਜਿਹੜੀ ਮੱਝ ਚੰਗੀ ਹੈ, ਨਸਲ ਵੀ ਚੰਗੀ ਹੈ, ਉਹਦਾ ਸੰਡਾ ਝੋਟਾ ਵੀ ਚੰਗਾ ਸੀ, ਲੇਕਿਨ ਉਹ ਦੁੱਧੂ ਨਹੀਂ ਵੱਧਦੀ, ਤੇ ਉਹ ਕੀ ਵਜ੍ਹਾ ਹੋ ਸਕਦੀ ਹੈ? ਉਹ ਇਸ ਤਰ੍ਹਾਂ ਮਸਲਾ ਹੁੰਦਾ ਹੈ, ਇੱਕ ਮੱਝ ਜੋ ਸਾਰੇ ਸੂਏ ਠੀਕ ਰਹਿੰਦੀ। ਕਈ ਵਾਰੀ ਮੱਝੀ ਪਹਿਲਾਂ ਹੁੰਦੀਆਂ ਨੇ ਚੰਗੇ ਸੱਡੇ ਦੀਆਂ ਹੁੰਦੀਆਂ ਨੇ, ਚੰਗੀਆਂ ਦੀਆਂ ਕੁੜੀਆਂ ਸੋ ਜਾਂਦੀਆਂ ਨੇ, ਉਸ ਤਰ੍ਹਾਂ ਦੁੱਧ ਨਹੀਂ ਦਿੰਦੀਆਂ। ਦੂਜੇ ਸੂਬੇ ਜਾਂਦੇ ਨੇ ਠੀਕ ਹੋ ਜਾਂਦੀਆਂ ਨੇ। ਬਿਲਕੁਲ। ਜਿਹੜੀਆਂ ਆ ਮੱਝੀ ਹੁੰਦੀਆਂ ਕਈ ਹੁੰਦੀਆਂ ਨੇ ਕੁੜੀਆਂ ਸੂ ਪੈਂਦੀਆਂ ਨੇ, ਫਲ ਉਹਨਾਂ ਸੱਟ ਛੱਡਦੇ ਨੇ 6-7 ਮਹੀਨਿਆਂ ਤੇ ਜਾ ਕੇ ਹੁੰਦੀਆਂ ਨਸਲੀ ਨੇ। ਉਹ ਥੱਲੇ ਤੋਂ ਬਹਿ ਕੇ ਉਹਨਾਂ ਨੇ ਤਾਰਾਂ ਛਿਕਣ ਲੱਗ ਪੈਂਦੇ, ਉਹ ਮੱਝ ਜਿਹੜੀ ਆਪਣਾ ਦੁੱਧ ਪੂਰਾ ਕਰ ਜਾਂਦੀ ਹੈ। ਆ ਨਸਲ ਤੇ ਡਿਮਾਂਡ ਹੈ। ਠੀਕ ਹੋ ਗਿਆ। ਉਂਝ
ਤੁਹਾਡਾ ਕਿੰਨਾ ਤਜਰਬਾ ਮਾਸ਼ਾਅੱਲਾ? ਆ ਸਾਡਾ ਤੇ ਮਨ ਪਿਓ ਦਾ ਜਿਵੇਂ ਮਸ ਲਗਾ ਹੁੰਦਾ। ਬਚਪਨ 'ਚ ਤੁਹਾਨੂੰ ਯਾਦ ਹੈ ਤੁਸੀਂ ਜਦੋਂ ਹੋਸ਼ ਸੰਭਾਲੀ ਉਦੋਂ ਕਿੰਨੇ ਸਾਲਾਂ ਤੁਸੀਂ ਕੰਮ ਕਰ ਰਹੇ ਹੋ ਪਏ? ਅਸਾਂ ਜੀ ਜਿਉਂ ਹੋਸ਼ ਸੰਭਾਲੀ ਹੈ ਨਾ ਤੇ ਅਸਾਂ ਇਹੀ ਕੰਮ ਕੀਤਾ, ਸਾਡੇ ਬਜ਼ੁਰਗਾਂ ਵੀ ਜੋ ਇਹੀ ਕੀਤਾ ਸੀ। ਤੇ ਹੁਣ ਮਾਸ਼ਾਅੱਲਾ ਤੁਹਾਡੀ ਕਿੰਨੀ ਉਮਰ ਹੋ ਗਈ? ਮੇਰੀ ਉਮਰ ਹੋ ਗਈ ਹੈ 60 ਦੇ ਨੇੜੇ ਹੀ ਹੈ। ਯਾਨੀ ਕਿ ਅਗਰ ਕਿਹਾ ਜਾਏ ਤਾਂ ਤੁਸੀਂ ਤੁਹਾਡਾ ਤਜਰਬਾ ਕਮ ਸੇ ਕਮ 50 ਸਾਲਾਂ ਦਾ ਤਜਰਬਾ ਹੈ ਵਾ ਜੀ। ਤੇ ਇਸ ਕੰਮ ਵਿੱਚ ਜੀ ਤੁਸਾਂ ਕੋਈ ਲੋਕ ਡੁੱਬਦੇ ਵੀ ਵੇਖੇ ਨੇ? ਇਹਦੇ ਵਿੱਚ ਬੜੀ ਦੁਨੀਆ ਡੁੱਬੀ ਵੀ ਹੈ। ਉਹ ਕਿਉਂ ਡੁੱਬੀ ਹੈ? ਉਹ ਡੁੱਬੀ ਇਹ ਵੇ ਬੇਇੱਜ਼ਤੀ ਤੋਂ। ਅਗਰ ਤੁਹਾਡੀ ਗੱਲ ਮੈਂ ਕਟਾਂਗਾ, ਅਗਰ ਬੰਦੇ ਨੇ ਇਖਤਿਆਤ ਕੀਤੀ ਹੋਏ, ਇਹਨਾਂ ਦੇ ਸਾਰੇ ਲਵਾਜ਼ਮਾਤ ਪੂਰੇ ਕੀਤੇ ਹੋਣ, ਫਿਰ ਵੀ ਕੋਈ ਡੁੱਬਿਆ? ਨਹੀਂ, ਕੋਈ ਨਹੀਂ ਡੁੱਬਿਆ। ਕੀ ਬਾਤ ਹੈ। ਅੱਛਾ ਹੁਣ ਦੱਸੋ ਕਿ ਉਹ ਜਿਹੜੇ ਡੁੱਬੇ ਹਨ ਉਹ ਕਿਉਂ ਡੁੱਬੇ ਹਨ? ਉਹ ਡੁੱਬੇ ਇਸ ਤਰ੍ਹਾਂ ਉਹਨਾਂ ਜ਼ਿਆਦਾ ਮਾਲ ਬਣਾ ਲਿਆ। ਅੱਛਾ, ਉਹਨਾਂ ਇਹ ਆਖਿਆ ਬਈ ਅਸੀਂ ਵੀ ਆ ਕੰਮ ਸ਼ੁਰੂ ਕਰ ਰਹੇ, ਕਾਰੋਬਾਰ ਸਮਝ ਕੇ। ਵੇਖਾ ਵੇਖੀ ਆ ਕਾਰੋਬਾਰ ਉਹ ਵੇ ਜਿਸ ਦੇ ਵਿੱਚ ਸਹੀ ਬਿਮਾਰ ਵੀ ਹੈ ਨਾ ਉੱਥੇ ਮਾਲ ਦੇ ਕੋਲ ਹੋਵੇ। ਕੀ ਬਾਤ ਹੈ, ਕੀ ਬਾਤ, ਬੜੀ ਸੋਹਣੀ ਗੱਲ ਕੀਤੀ। ਯਾਨੀ ਮਾਲ ਦੇ ਉੱਤੇ ਸਾਈਂ ਨੂੰ ਰਹਿਣਾ ਚਾਹੀਦਾ, ਸਾਈਂ ਨੂੰ ਉੱਤੇ ਰਹਿਣਾ ਚਾਹੀਦਾ। ਹਰ ਡੰਗਰ ਦਾ ਉਹਨੂੰ ਸੁਬਾਹ ਤੇ ਸ਼ਾਮੀ ਧਿਆਨ ਕਰਨਾ ਚਾਹੀਦਾ। ਅੱਛਾ, ਐਸ ਮੇਰੀ ਮੱਝ ਨੂੰ ਇਹ ਮਸਲਾ ਬਣ ਗਿਆ, ਐਸ ਗਾਂ ਨਾਲ ਮਸਲਾ ਬਣ ਗਿਆ, ਕਿਉਂ ਬਣ ਗਿਆ? ਜਿਹੜਾ ਬੰਦਾ ਇੰਨਾ ਕੁ ਟਾਈਮ ਦਿੰਦਾ ਉਹਨੇ ਸਮਾਲ ਵਿੱਚ ਕੋਈ ਘਾਟਾ ਨਹੀਂ। ਵਾਹ, ਕੀ ਬਾਤ ਹੈ, ਕੀ ਬਾਤ ਹੈ। ਉਹ ਬੰਦਾ ਮਾਰ ਰੱਖੇ ਜਿਸ ਆਪਣੇ ਹੱਥਾਂ ਨਾਲ ਚੋ ਲੈਣੀ ਹੈ ਜਾਂ ਜਿਸ ਟਾਈਮ ਦੇ ਲੈਣਾ, ਜਾਂ ਹੱਥਾਂ ਨਾਲ ਨਹੀਂ ਵੀ ਚੋਣੀ ਤੇ ਉਹ ਇੱਕ ਵਾਰੀ ਦਿਨੇ ਜਾਂ ਸ਼ਾਮੀ ਮੱਝ ਦੇ ਜਾਂ ਗਾਂ ਦੇ ਦਿਵਾਲੇ ਭੌਂ ਕੇ ਇੱਕ ਵਾਰੀ ਵੇਖ ਲੈ, ਜਾਂ ਉਹ ਰਹਿਣਾ ਡੇਰੇ ਉੱਤੇ ਚਾਹੀਦਾ, ਵੇਂਦਾ ਰਵੇ। ਅੱਜ ਵਕਤ ਇਸ ਤਰ੍ਹਾਂ ਭਾਵੇਂ ਸਾਰਾ ਹੀ ਦੌਰ ਹੈ ਜੀ। ਹੁਣ ਤਾਂ ਕਿਹੜਾ ਤੇ ਕੰਮ ਮਸਲੇ ਹੀ ਨਹੀਂ ਨਾ ਰਹਿ ਗਿਆ, ਹੁਣ ਬੰਦੇ ਸਾਲੇ ਤੇ ਆ ਗਏ। ਬਿਲਕੁਲ ਇਹਦੇ ਵਿੱਚ ਇਹ ਵੇ ਜਿਹੜਾ ਜਿਸ ਬੰਦੇ ਮਾਲਕ ਫਿਰ ਵੀ ਨਹੀਂ ਨਾ ਰਹਿਣਾ ਉੱਤੇ, ਉਹਦਾ ਸਮਝੇ ਕਾਰੋਬਾਰ ਕੋਈ ਨਹੀਂ। ਤੇ ਇਹ ਜਿਹੜਾ ਸਾਨੂੰ ਰੋਸ਼ਨੀ ਪਾਉ ਨਾ ਕਿ ਸਾਲੇਜ ਤੋਂ ਪਹਿਲੇ ਜੀ ਔਰ ਸਾਲੇਜ ਦੇ ਨਾਲ ਹੁਣ ਕੀ ਫਰਕ ਹੈ ਇਸ ਕੰਮ ਵਿੱਚ? ਸਾਲੇਜ ਤੋਂ ਪਹਿਲੇ ਅਸੀਂ ਰੱਖਦੇ ਸਾਂ 6-7 ਨੌਕਰ। ਅੱਛਾ, ਹੁਣ ਸਾਡੇ ਕੋਲ ਕੰਮ ਪੇ ਕਰਦੇ ਨੇ 3 ਬੰਦੇ। ਅੱਛਾ, ਆ 3 ਬੰਦੇ ਸਾਲੇਜ ਦੀ ਵਜ੍ਹਾ ਵਾਸਤੇ ਆ 3 ਬੰਦੇ ਕੰਮ ਪੇ ਕਰਦੇ ਨੇ। ਠੀਕ ਹੈ, ਯਾਨੀ ਕਿ 3 ਬੰਦਿਆਂ ਦੀ ਜਿਹੜੀ ਉਹ ਤਨਖਾਹ ਹੀ ਉਹ ਸਾਲੇਜ ਨੇ ਬਚਾ ਛੜੀ। ਜੀ, ਤੇ ਉਂਝ ਵੀ ਸੌਖਾ ਕਰ ਛੜਿਆ ਤੁਹਾਨੂੰ? ਉਂਝ ਵੀ ਜ਼ਿਆਦਾ ਹੋ ਗਏ ਨੇ, ਆ ਵੀ ਸੌਖੇ ਨੇ। ਅੱਛਾ, ਇਹ ਵੀ ਤੇ ਜਿਹੜੇ 3 ਬੰਦੇ ਨੇ ਇਹ ਵੀ ਸੌਖੇ ਨੇ? ਇਹ ਵੀ ਸੌਖੇ ਨੇ। ਠੀਕ ਹੈ। ਹੁਣ ਸਾਰਾ ਜਿਹੜਾ ਸਵੇਰੇ ਪਾਇਆ ਹੈ ਨਾ, ਪਾ ਕੇ ਇਹਦੇ ਨਾਲ ਗੋਇਆ ਸ਼ੋਇਆ ਹੋ ਜੀ ਕੇ ਫਾਰਗ ਹੋ ਗਏ। ਅੱਛਾ, ਇਹ ਆਰਾਮ ਹੀ ਨਾ ਕਰ ਲਿਆ। ਅੱਛਾ, ਹੁਣ ਪਿਛਲੇ ਟਾਈਮ ਤੇ ਨਾ ਮਾਲ ਨੂੰ ਖੁੱਲੇ ਮਾਲ ਹੁੰਦੇ ਨੇ ਫਾਰਮਾਂ ਦੇ, ਉਹ ਪਾਣੀ ਕਰ ਅੱਗੇ ਆਪ ਹੀ ਪੀਂਦੇ ਰਹਿੰਦੇ। ਇਹਨਾਂ ਹੁਣ ਬੰਨ ਲੈਣਾ, ਸਾਲਾ ਚੁੱਕ ਕੇ ਅੱਗੇ ਸੱਟ ਦੇਣੇ। ਅੱਛਾ, ਅਗਰ ਇਹਨਾਂ ਨੂੰ ਵੱਢ ਕੇ ਲਿਆਉਣੇ ਪੈਣਾ ਤੇ 2 ਵਜੇ ਪੱਠੇ ਲੈ ਕੇ ਆਉਣ 2 ਟਰਾਲੇ, ਫਿਰ ਉਹਨਾਂ ਨੂੰ ਕੁੱਤਰ ਨੇ ਨਾ ਆ ਵਿਚਾਰੇ ਕਿਤੇ ਜਾਣਦੇ। ਸਹੀ, ਦੌੜਾਂ ਲੱਗੀਆਂ ਰਹਿਣਗੀਆਂ? ਦੌੜਾਂ ਲੱਗੀਆਂ ਰਹਿੰਦੀਆਂ ਨੇ, ਪੂਰੇ ਤੇ ਆ ਹੀ ਨਹੀਂ ਨਾ ਸਕਦੇ। ਤੇ ਜਾਨਵਰ ਤੁਸੀਂ ਸਾਲੇ 'ਚ ਪਾ ਕੇ ਫਿਰ ਖੁੱਲੇ ਰਾਹ ਛੱਡ ਦਿਓ ਤਾਂ ਆ ਕੇ ਮਰਜ਼ੀ ਨਾਲ ਪਾਣੀ ਪੀਣ? ਜਾਂ ਅਸੀਂ ਜਦੋਂ ਪੱਠੇ ਪਾਉਂਦੇ ਉਦੋਂ ਵੀ ਅਸੀਂ ਖੁੱਲਾ ਛੱਡਦੇ ਹਾਂ। ਅੱਛਾ, ਜੇ ਹੁਣ ਸਾਰੇ ਪਾਣੇ ਤਾਂ ਵੀ ਖੁੱਲਾ ਛੱਡਦੇ ਹਾਂ। ਤੇ ਡੰਗਰ ਦਾ ਪਤਾ ਨਹੀਂ ਹੁੰਦਾ, ਇੱਕ ਅੱਧਾ ਡੰਗਰ ਹੋਵੇ ਤਾਂ ਉਸ ਦਾ ਪਤਾ ਹੁੰਦਾ ਇਸ ਪਾਣੀ ਪੀ ਲਿਆ, ਐਸ ਨਹੀਂ ਪੀਤਾ। ਠੀਕ ਹੈ। ਖੁੱਲੇ ਮਾਲ ਦਾ ਇਹ ਜੇਸਲ ਵੀ ਆ ਪਾਣੀ ਇਨ ਤਲਬ ਹੋਵੇ ਨਾ ਜੀ, ਆ ਆਪਣਾ ਪਾਣੀ ਪੀ ਲੈ। ਹੁਣ ਜਰਾ ਇਹ ਦੱਸਿਓ ਸਾਡੇ ਨਾਜ਼ਰੀਨ ਨੂੰ ਕਿ ਜਦੋਂ ਸੈਲਜ ਨਹੀਂ ਹੁੰਦਾ ਤੁਸੀਂ ਖੁੱਲੇ ਪੱਠੇ ਪਾਉਂਦੇ ਹੋ ਜੀ, ਉਸ ਦੌਰ 'ਚ ਤੇ ਅੱਜ ਦੌਰ ਦੇ ਵਿੱਚ ਮੱਝਾਂ ਦੇ ਹਵਾਲੇ ਨਾਲ ਉਹਨਾਂ ਦੇ ਦੁੱਧ ਦੇ ਹਵਾਲੇ ਨਾਲ ਕੀ ਫਰਕ ਹੈ? ਸਿਹਤ ਔਰ ਦੁੱਧ ਦੇ ਹਵਾਲੇ ਨਾਲ? ਸਿਹਤ ਵੀ ਸੈਲਜ ਵਿੱਚ। ਅੱਛਾ, ਕਿਉਂ? ਇਹਦਾ ਦਾਣਾ ਸਾਰੇ ਬਣਦੇ ਹੀ ਉਹ ਸ਼ੇਰ ਦਾ ਜਿਹਦੇ ਦਾਣਾ, ਯਾਨੀ ਇਹਦੇ 'ਚ ਗ਼ਜ਼ਾਈਆਤ ਪੂਰੀਆਂ ਨੇ? ਗ਼ਜ਼ਾਈਆਤ ਪੂਰੀਆਂ ਨੇ। ਠੀਕ ਹੈ। ਔਰ ਦੁੱਧ ਵੀ ਠੀਕ ਹੈ। ਯਾਨੀ ਫਿਰ ਸੈਲਜ ਨੇ ਤੁਹਾਡੀ ਦੌੜ ਵੀ ਘਟਾ ਛੜੀ, ਮੁਲਾਜ਼ਮ ਵੀ ਘਟਾ ਛੜੇ, ਤੇ ਟੈਨਸ਼ਨ ਵੀ ਘਟਾ ਛੜੀ, ਟੈਨਸ਼ਨ ਖਤਮ ਹੋ ਗਈ, ਤੇ ਦੁੱਧ ਦੇ ਵੀ ਵਧਾ ਕੇ ਪੈਸੇ ਵੀ ਵਧਾ ਛੜੇ। ਜੀ ਬਿਲਕੁਲ। ਤੁਸੀਂ ਨਾਜ਼ਰੀਨ ਫਰੈਂਡ ਦੇ ਇਹੀ ਕਹਿਣਾ ਚਾਹੋਗੇ ਕਿ ਸੈਲਜ ਜ਼ਰੂਰ ਅਗਰ ਉਹਨੂੰ ਅੱਗੇ ਲੋਕ ਨੇ ਉਹ ਇਹਦਾ ਸੈਲਜ ਜਵਾਰ ਦਾ ਸ਼ੁਰੂ ਕੀਤਾ ਸੀ ਬੰਦਿਆਂ ਪਾਣਾ ਜੀ, ਅਸਾਂ ਇਸ ਸਾਲ ਜਵਾਰ ਦਾ ਸੈਲਜ ਕੀਤਾ ਹੈ ਜੀ, ਸਾਨੂੰ ਉਸ ਦਾ ਕੋਈ ਰਿਜ਼ਲਟ ਨਹੀਂ ਆਇਆ। ਮਕਈ ਦਾ ਠੀਕ ਹੈ? ਮਕਈ ਦਾ ਠੀਕ ਹੈ। ਅਸਾਂ ਫਿਰ ਪਹਿਲੇ ਇਸ ਮਕਈ ਤੋਂ ਪਹਿਲਾਂ ਅਸਾਂ ਜਬਦਰੇ ਦਾ ਸੈਲਜ ਕੀਤਾ, ਜਵਾਰ ਨਾਲ ਉਹਦਾ ਰਿਜ਼ਲਟ ਠੀਕ ਹੈ। ਅੱਛਾ, ਜਬਦਰੇ ਦਾ ਠੀਕ ਹੈ। ਜਵਾਰ ਦੇ ਸੈਲਜ ਦਾ ਕੋਈ ਤਜਰਬਾ, ਕੋਈ ਰਿਜ਼ਲਟ ਨਹੀਂ। ਸਹੀ ਹੈ।